ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਤੁਹਾਡਾ ਤੁਹਾਡੇ ਆਪਣੇ ਚੈਨਲ ਜੇ ਐਗਜ਼ਾਮ ਸਟੱਡੀ ਚੰਡੀਗੜ੍ਹ 'ਚ। ਮਾਸਟਰ ਕੈਡਰ ਪੰਜਾਬੀ ਲਈ ਅਸੀਂ ਪੰਜਾਬੀ ਸੱਭਿਆਚਾਰ ਪੰਜਾਬੀ ਸਾਹਿਤ ਦੀ ਹਾਲੇ ਅਸੀਂ ਤਿਆਰੀ ਕਰ ਰਹੇ ਹਾਂ। ਪੰਜਾਬੀ ਸੱਭਿਆਚਾਰ ਅੱਗੇ ਪੜ੍ਹਾਂਗੇ, ਜਿਹਦੇ ਵਿੱਚ ਅਸੀਂ ਅਲੱਗ-ਅਲੱਗ ਸਾਡੇ ਕਾਵਿ, ਵੀਰ ਕਾਵਿ, ਕਿੱਸਾ ਕਾਵਿ, ਗੁਰਮਤਿ ਕਾਵਿ, ਇਕਾਂਗੀਕਾਰ, ਨਾਵਲਕਾਰ, ਕਹਾਣੀਕਾਰ ਆਦਿ ਪੜ੍ਹ ਰਹੇ ਹਾਂ। ਸੋ ਉਹਨਾਂ ਦੇ ਵਿੱਚੋਂ ਹੀ ਅਸੀਂ ਅੱਜ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ, ਲਾਈਕ ਜ਼ਰੂਰ ਕਰਿਓ, ਵੀਡੀਓ ਚੰਗੀ ਲੱਗੇ ਤਾਂ ਕਮੈਂਟ ਜ਼ਰੂਰ ਕਰਿਓ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਸੋ ਅੱਜ ਦਾ ਸਾਡਾ ਟੌਪਿਕ ਹੈ ਜੀ, ਸਾਹਿਤ ਦੇ ਰੂਪ ਸ਼ੁਰੂ ਕਰਨ ਜਾ ਰਹੇ ਹਾਂ ਅਸੀਂ। ਸਾਹਿਤ ਦੇ ਰੂਪ ਵਿੱਚ ਅਸੀਂ ਜਿੰਨੇ ਵੀ ਪੰਜਾਬੀ ਸਾਹਿਤ ਦੀਆਂ ਵਿਧਾ ਹੈਗੀਆਂ, ਉਹਨਾਂ ਦਾ ਅਸੀਂ ਰੂਪ ਬਾਰੇ, ਉਹਨਾਂ ਦੀਆਂ ਵਿਸ਼ੇਸ਼ਤਾਵਾਂ, ਫੀਚਰਸ ਬਾਰੇ ਅਸੀਂ ਪੜ੍ਹਾਂਗੇ। ਸੋ ਅੱਜ ਅਸੀਂ ਸਾਹਿਤ ਦੇ ਰੂਪ ਵਿੱਚ ਕਿੱਸਾ ਕਾਵਿ ਬਾਰੇ ਪੜ੍ਹਨ ਜਾ ਰਹੇ ਹਾਂ। ਕਿੱਸਾ ਅਰਬੀ ਦਾ ਸ਼ਬਦ ਹੈ ਅਤੇ ਇਸ ਦੇ ਅਰਥ ਹਨ ਕਥਾ, ਕਹਾਣੀ, ਗਾਥਾ ਜਾਂ ਅਖਿਆਨ। ਕਿੱਸਾ ਸ਼ਬਦ ਦਾ ਧਾਤੂ ਕਸ ਅਰਬੀ ਦਾ ਹੈ, ਜਿਸ ਦੇ ਅਰਥ ਹਨ ਪਿੱਛੇ ਜਾਣਾ, ਪਿੱਛਾ ਕਰਨਾ ਜਾਂ ਖਬਰ ਦੇਣਾ। ਕਿੱਸੇ ਮਸਨਵੀ ਵਿੱਚ ਲਿਖੇ ਜਾਂਦੇ ਸਨ। ਹਿੰਦੀ ਵਿੱਚ ਕਿੱਸੇ ਨੂੰ ਪ੍ਰੇਖਿਆਨ ਕਿਹਾ ਜਾਂਦਾ ਹੈ। ਕਿੱਸੇ ਦਾ ਰੂਪ ਬਿਰਤਾਂਤਕ ਹੁੰਦਾ ਹੈ ਅਤੇ ਸ਼ਿੰਗਾਰ ਰਸੀ ਰਚਨਾ ਹੈ। ਬਿਰਤਾਂਤਕ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਇਸ ਵਿੱਚ ਬਿਰਤਾਂਤ ਨੂੰ, ਇੱਕ ਕਹਾਣੀ ਨੂੰ ਨਰੇਟ ਕੀਤਾ ਹੁੰਦਾ, ਪੇਸ਼ ਕੀਤਾ ਹੁੰਦਾ। ਸ਼ਿੰਗਾਰ ਰਸ ਦੀ ਇਹਦੇ ਵਿੱਚ ਪ੍ਰਧਾਨਤਾ ਹੁੰਦੀ ਹੈ। ਕਿੱਸਾ ਮੱਧਕਾਲ ਵਿੱਚ ਉਪਜੀ ਹੋਈ ਰਚਨਾ ਹੈ। ਇਸ ਦੀ ਉਤਪਤੀ ਪੂਰਵ ਗੁਰੂ ਨਾਨਕ ਕਾਲ ਤੋਂ ਹੋਈ। ਉਤਪਤੀ ਦਮੋਦਰ ਦੇ ਕਿੱਸੇ ਹੀਰ ਰਾਂਝੇ ਤੋਂ ਹੀ ਮੰਨੀ ਜਾਂਦੀ ਹੈ, ਕਿਉਂਕਿ ਇਹੀ ਕਿੱਸਾ ਬਹੁਤ ਜ਼ਿਆਦਾ ਪ੍ਰਸਿੱਧ ਹੋਇਆ ਸੀ। ਸੋ 1850 ਤੱਕ ਕਿੱਸਾ ਕਾਵਿ ਨੇ ਬਹੁਤ ਜ਼ਿਆਦਾ ਪ੍ਰਗਤੀ ਕੀਤੀ। ਇਸ 1850 ਤੱਕ ਕਿੱਸਾ ਕਾਵਿ ਲਿਖਣ ਅਤੇ ਪੜ੍ਹਨ ਦਾ ਦੌਰ ਬਹੁਤ ਹਾਈ ਲੈਵਲ ਦੇ, ਉੱਪਰਲੇ ਲੈਵਲ 'ਤੇ ਸੀ। ਮਾਲਵੇ ਵਿੱਚ ਕਿੱਸੇ ਨੂੰ ਚਿੱਠਾ ਵੀ ਆਖਿਆ ਜਾਂਦਾ ਹੈ। ਡਾਕਟਰ ਮੋਹਨ ਸਿੰਘ ਦੀਵਾਨਾ ਅਨੁਸਾਰ ਇਹ ਇੱਕ ਕਾਲਪਨਿਕ ਗੱਲਬਾਤ ਹੈ। ਡਾਕਟਰ ਦੀਵਾਨਾ ਅਨੁਸਾਰ ਸਭ ਤੋਂ ਪਹਿਲਾ ਕਿੱਸਾ ਪੁੱਛਿਆ ਨੇ ਗੁਰੂ ਨਾਨਕ ਕਾਲ ਤੋਂ ਪਹਿਲਾਂ ਲਿਖਿਆ। ਸੱਸੀ ਪੁੰਨੂ ਉਹਦਾ ਨਾਮ ਸੀ, ਕਿੱਸੇ ਦਾ ਨਾਮ, ਪਰ ਇਹਦੀ ਸਾਰੀ ਰਚਨਾ ਜੋ ਕਿ ਕਿਤੇ ਵੀ ਨਹੀਂ ਮਿਲਦੀ। ਕਿੱਸੇ ਵਿਚਲੀਆਂ ਘਟਨਾਵਾਂ ਕਾਲ ਕ੍ਰਮ ਅਨੁਸਾਰ ਲੜੀਬੱਧ ਢੰਗ ਨਾਲ ਜੋੜੀਆਂ ਗਈਆਂ ਹੁੰਦੀਆਂ ਹਨ। ਸੋ ਇਹ ਚੀਜ਼ਾਂ ਪੜ੍ਹਨ, ਪੁਆਇੰਟ ਬਾਏ ਪੁਆਇੰਟ ਅਸੀਂ ਪੜ੍ਹ ਰਹੇ ਇਹਨਾਂ ਸਾਰੀਆਂ 'ਚੋਂ ਕੁਐਸਚਨ ਬਣ ਸਕਦੇ, ਜਿਹੜਾ ਮਰਜ਼ੀ ਇਹਨਾਂ 'ਚੋਂ। ਮਾਲਵੇ ਵਿੱਚ ਕਿੱਸੇ ਨੂੰ ਕੀ ਕਿਹਾ ਜਾਂਦਾ ਹੈ, ਕਿੱਸੇ ਦੀ ਉਤਪਤੀ ਕਦੋਂ ਤੋਂ ਹੋਈ, ਕਿੱਸੇ ਵਿਚਲੀਆਂ ਘਟਨਾਵਾਂ ਹੈ ਉਹ ਕਿਸ ਕ੍ਰਮ 'ਚ ਜੋੜੀਆਂ ਜਾਂਦੀਆਂ, ਕਾਲ ਕ੍ਰਮ ਅਨੁਸਾਰ ਜੋੜੀਆਂ ਜਾਂਦੀਆਂ ਜਾਂ ਹੋਰ ਕਿਸੇ ਹੋਰ ਰਸ ਦੀ ਪ੍ਰਧਾਨਤਾ ਨਾਲ ਜੋੜੀਆਂ ਜਾਂਦੀਆਂ। ਸੋ ਇਹਨਾਂ ਵਿੱਚ ਛੋਟੇ ਛੋਟੇ ਕੁਐਸਚਨ ਹੈ ਐਗਜ਼ਾਮ ਦੀ ਨਿਗਾਹ ਤੋਂ ਬਹੁਤ ਇੰਪੋਰਟੈਂਟ ਬਣਦੇ ਜੀ। ਮਸਨਵੀ ਵਿੱਚ ਫਾਰਸੀ ਦੇ 2 ਕਾਵਿ ਰੂਪ ਪ੍ਰਚਲਿਤ ਹਨ, ਰਜ਼ਮੀਆਂ ਅਤੇ ਬਜ਼ਮੀਆਂ। ਇਹ ਬਹੁਤ ਇੰਪੋਰਟੈਂਟ ਹੈ ਜੀ, ਇਹ ਚੀਜ਼ ਯਾਦ ਕਰਨੀ, ਰਜ਼ਮੀਆਂ ਅਤੇ ਬਜ਼ਮੀਆਂ। ਰਜ਼ਮੀਆਂ ਜੰਗ ਜਾਂ ਯੁੱਧ ਦੀ ਕਹਾਣੀ ਹੋਵੇ ਉਹਨੂੰ ਰਜ਼ਮੀਆਂ ਕਿਹਾ ਜਾਂਦਾ ਸੀ। ਸਮਾਂ ਪਾ ਕੇ ਰਜ਼ਮੀਆਂ ਉਹ ਵਾਰ ਦਾ ਰੂਪ ਧਾਰਨ ਕਰ ਗਈ, ਵੀਰ ਕਾਵਿ ਦਾ ਰੂਪ ਧਾਰਨ ਕਰ ਗਈ। ਬਜ਼ਮੀਆਂ ਇਸ਼ਕੀਆ ਬਰਤਾਂਤ ਸੀ। ਜੋ ਇਸ਼ਕੀਆ ਬਰਤਾਂਤ ਵਿੱਚ ਲਿਖਿਆ ਜਾਂਦਾ ਸੀ ਉਹਨੂੰ ਬਜ਼ਮੀਆਂ ਕਿਹਾ ਜਾਂਦਾ ਸੀ, ਜੋ ਕਿ ਸਮਾਂ ਪਾ ਕੇ ਕਿੱਸਾ ਕਾਵਿ ਦਾ ਰੂਪ ਧਾਰਨ ਕਰ ਗਈ। ਸੋ ਕਿੱਸਾ ਕਾਵਿ ਹੈ ਬੇਸਿਕਲੀ ਸੀ ਜੋ ਇਹ ਬਜ਼ਮੀਆਂ ਦੀ ਕਾਢ ਹੈ। ਕਿੱਸਾ ਕਾਵਿ ਬਾਰੇ ਪੜ੍ਹਦੇ ਹਾਂ ਜੀ। ਸਾਹਿਤ ਦੇ ਰੂਪ ਵਿੱਚ ਅਸੀਂ ਕਿੱਸਾ ਕਾਵਿ ਦੀਆਂ ਵਿਸ਼ੇਸ਼ਤਾਵਾਂ। ਮੰਗਲਾਚਰਨ ਕਿੱਸੇ ਦਾ ਸ਼ੁਰੂ ਵਿੱਚ ਪਰਮਾਤਮਾ ਦੀ ਪ੍ਰਸ਼ੰਸਾ ਕੀਤੀ ਜਾਂਦੀ, ਜਿਹਨੂੰ ਕਿ ਮੰਗਲਾਚਰਨ ਕਿਹਾ ਜਾਂਦਾ। ਲਗਭਗ ਸਾਰੇ ਹੀ ਸਾਹਿਤਕਾਰ, ਸਾਰੇ ਹੀ ਜੋ ਕਿੱਸਾਕਾਰ ਹੋਏ ਹਨ, ਮੰਗਲਾਚਰਨ ਤੋਂ ਸ਼ੁਰੂ ਕਰਦੇ ਸਨ। ਸਰੀਰਕ ਅੰਸ਼ ਕਿੱਸੇ ਵਿਚਲੀਆਂ ਘਟਨਾਵਾਂ ਆਮ ਕਰਕੇ ਦੈਵਿਕ ਹੁੰਦੀਆਂ ਹਨ ਜ਼ਿਆਦਾਤਰ। ਕਾਵਿਆਵਾਚ ਜਦੋਂ ਕਾਵਿ ਤੁਕ ਦੇ ਅੰਤ ਵਿੱਚ ਆਪਣਾ ਤਖੱਲਸ ਲਾਉਂਦਾ ਹੈ। ਜਦੋਂ ਕੋਈ ਕਵੀ ਆਪਾਂ ਆਮ ਤੌਰ 'ਤੇ ਪੜ੍ਹਦੇ ਹਾਂ ਕਿ ਕਵਿਤਾ ਦੀ ਆਖਰੀ ਤੁਕ ਦੇ ਜਾਂ ਉਸ ਤੋਂ ਇੱਕ ਤੁਕ ਪਹਿਲਾਂ ਦੇ ਵਿੱਚ ਕਵਿਤਾ ਨੂੰ ਲਿਖਣ ਵਾਲਾ ਆਪਦਾ ਨਾਮ ਲਾਉਂਦਾ ਹੈ, ਤਾਂ ਉਸ ਨੂੰ ਆਪਣਾ ਤਖੱਲਸ ਕਹਿੰਦੇ, ਇਹਨੂੰ ਕਾਵਿਆਵਾਚ ਕਿਹਾ ਜਾਂਦਾ ਹੈ। ਭਾਸ਼ਾ ਕਿੱਸਿਆਂ ਦੀ ਲੋਕ ਭਾਸ਼ਾ ਹੁੰਦੀ ਹੈ, ਸ਼ਿੰਗਾਰ ਰਸ ਦੇ ਪ੍ਰਧਾਨ ਰਸ ਵਜੋਂ ਵਰਤਿਆ ਜਾਂਦਾ ਹੈ। ਸੋ ਕਿੱਸੇ ਦੀਆਂ ਕਿਸਮਾਂ ਬਾਰੇ ਪੜ੍ਹਦੇ ਹਾਂ ਜੀ। ਕਿੱਸੇ ਦੀਆਂ ਕਿਸਮਾਂ ਹੁੰਦੀਆਂ ਰੋਮਾਂਚਕ ਕਿੱਸੇ, ਹੀਰ ਰਾਂਝਾ, ਸੱਸੀ ਪੁੰਨੂ, ਮਿਰਜ਼ਾ ਸਾਹਿਬਾ, ਸੋਹਣੀ ਮਾਹੀਵਾਲ, ਲੈਲਾ ਮਜਨੂ ਅਤੇ ਸ਼੍ਰੀ ਫਰਿਹਾਦ ਰੋਮਾਂਚਕ ਕਿੱਸੇ ਦੀਆਂ ਕਿਸਮਾਂ ਜੀ। ਸਦਾਚਾਰਕ ਕਿੱਸੇ, ਪੂਰਨ ਭਗਤ, ਕਿੱਸਾ ਰਾਜਾ ਭਰਤਰੀ ਹਰੀ, ਕਿੱਸਾ ਰਾਜਾ ਹਰੀ ਚੰਦ, ਰਾਜਾ ਰਸਾਲੂ, ਰਾਜਾ ਗੋਪੀ ਚੰਦ ਆਦਿ ਇਹ ਸਦਾਚਾਰਕ ਕਿੱਸੇ ਹਨ। ਵੀਰ ਰਸੀ ਅਤੇ ਇਤਿਹਾਸਿਕ ਕਿੱਸੇ, ਹਰੀ ਸਿੰਘ ਨਲੂਆ, ਸੁੱਚਾ ਸੂਰਮਾ, ਦੁੱਲਾ ਭੱਟੀ, ਜੈਮਲ ਫੱਤਾ, ਸ਼ਾਹ ਮੁਹੰਮਦ ਆਦਿ ਇਹ ਵੀਰ ਰਸੀ ਕਿੱਸੇ। ਜਿੰਨੇ ਵੀ ਅਸੀਂ ਕਿੱਸਿਆਂ ਦੇ ਨਾਮ ਰੋਮਾਂਚਕ, ਸਦਾਚਾਰਕ, ਵੀਰ ਰਸੀ ਦੱਸ ਰਹੇ ਹਾਂ,
ਸੋ ਇਹ ਸਾਰੇ ਕਿੱਸਿਆਂ ਦੇ ਨਾਮ ਨਹੀਂ, ਜਿਹੜੇ ਪ੍ਰਸਿੱਧ ਕਿੱਸੇ ਉਹਨਾਂ ਦੇ ਨਾਮ ਹੀ ਦੱਸੇ ਗਏ। ਅੱਗੇ ਇਹਨਾਂ ਤੋਂ ਅੱਗੇ ਵੀ ਬਹੁਤ ਜ਼ਿਆਦਾ ਕਿੱਸੇ ਇਹਨਾਂ ਦੇ ਲਿਖੇ ਗਏ ਆ। ਸਮਾਜ ਸੁਧਾਰਕ ਕਿੱਸੇ ਜੀ ਅੱਗੇ ਕਲਯੁੱਗ ਦੇ ਲੱਛਣ ਕਿੱਸਾ, ਦਰਾਣੀਆਂ ਜਠਾਣੀਆਂ ਦੇ ਜਿਹੜੇ ਇਹ ਸਮਾਜ ਸੁਧਾਰਕ ਦੇ ਨਾਲ ਸੰਬੰਧਿਤ ਕਿੱਸੇ ਆ। ਸਥਾਨਕ ਕਿੱਸੇ ਕਾਕਾ ਪ੍ਰਤਾਪੀ, ਸ਼ਾਮੋਨਾਰ, ਨੌ ਸੱਸ ਆਦਿ। ਸੋ ਇਹ ਕਿੱਸਿਆਂ ਦੀਆਂ ਕਿਸਮਾਂ ਸੀ, ਕਿਸ ਕਿਸ ਤਰ੍ਹਾਂ ਦੇ ਜਿਹੜੇ ਸਬਜੈਕਟ ਕਿੱਸਿਆਂ ਦੇ ਵਿੱਚ ਲਏ ਜਾਂਦੇ ਆ। ਇਹ ਵੀ ਬਹੁਤ ਇੰਪੋਰਟੈਂਟ ਹੈ ਜੀ। ਪੂਰਨ ਭਗਤ ਜੋ ਕਿਸ ਤਰ੍ਹਾਂ ਦਾ ਕਿੱਸਾ ਜੀ, ਵੀਰ ਰਸੀ ਹੈ, ਸਮਾਜ ਸੁਧਾਰਕ ਹੈ, ਸਦਾਚਾਰਕ ਜਾਂ ਰੋਮਾਂਚਕ। ਤਾਂ ਆਨਸਰ ਹੈ ਸਾਡਾ ਸਦਾਚਾਰਕ ਕਿੱਸਿਆਂ ਦੇ ਵਿੱਚ ਆਉਂਦਾ ਹੈ। ਕਿੱਸੇ ਦੇ ਤੱਤ, ਸਭ ਤੋਂ ਮਹੱਤਵ ਇੰਪੋਰਟੈਂਟ ਜਿਹੜਾ ਸਾਹਿਤ ਦੇ ਰੂਪ ਆਪਾਂ ਪੜ੍ਹਾਂਗੇ। ਸਾਹਿਤ ਦੇ ਰੂਪ ਵਿੱਚ ਅਸੀਂ ਕਵਿਤਾ, ਗਜ਼ਲਾਂ, ਇਕਾਂਗੀਆਂ, ਕਹਾਣੀਆਂ ਬਾਰੇ ਜੋ ਵੀ ਅਸੀਂ ਪੜ੍ਹਾਂਗੇ, ਉਹਦੇ ਵਿੱਚ ਜਿਹੜੇ ਇਹਨਾਂ ਦੇ ਤੱਤ ਹੈ, ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਿਹੜੀ ਪੜ੍ਹਨ ਵਾਲੀ ਉਹ ਇਹ ਹੈ। ਪਹਿਲਾ ਨੰਬਰ ਹੈ ਜੀ ਕਥਾਨਕ। ਕਿੱਸੇ ਵਿੱਚ ਕੋਈ ਵੀ ਲੋਕ ਪ੍ਰਚਲਿਤ ਕਾਲਪਨਿਕ ਜਾਂ ਯਥਾਰਥ ਘਟਨਾ ਲਈ ਜਾ ਸਕਦੀ ਹੈ। ਕਥਾਨਕ ਦਾ ਆਰੰਭ ਆਮ ਤੌਰ 'ਤੇ ਮੰਗਲਾਚਰਨ ਤੋਂ ਹੁੰਦਾ ਹੈ। ਕਥਾਨਕ ਜਿਹੜੀ ਉਹ ਮੰਗਲਾਚਰਨ ਤੋਂ ਸ਼ੁਰੂ ਹੁੰਦੀ ਹੈ। ਉਸ ਤੋਂ ਬਾਅਦ ਆ ਜਾਂਦਾ ਜੀ ਚਰਿੱਤਰ ਚਿੱਤਰਨ। ਕਿੱਸਿਆਂ ਵਿੱਚ ਆਮ ਤੌਰ 'ਤੇ ਮਨੁੱਖ ਪਾਤਰ ਹੁੰਦੇ ਹਨ ਅਤੇ ਇਹਨਾਂ ਦਾ ਸੰਬੰਧ ਜਿਹੜਾ ਗੈਰ ਮਨੁੱਖੀ ਸ਼ਕਤੀਆਂ ਨਾਲ ਦਿਖਾਇਆ ਹੁੰਦਾ ਹੈ। ਕਿੱਸਿਆਂ ਵਿੱਚ ਉੱਚੀ ਅਤੇ ਨੀਵੀਂ ਦੋ ਧਿਰਾਂ ਸ਼੍ਰੇਣੀਆਂ ਤੋਂ ਪਾਤਰ ਲਏ ਜਾਂਦੇ ਹਨ। ਪਾਤਰ ਹੈ ਜੀ ਇੱਥੇ ਉੱਚੀ ਸ਼੍ਰੇਣੀ ਅਤੇ ਨੀਵੀਂ ਸ਼੍ਰੇਣੀ ਦੇ ਪਾਤਰ ਲਏ ਜਾਂਦੇ ਹਨ, ਪਰ ਇੰਨਾ ਜ਼ਰੂਰ ਹੈ ਕਿ ਇਹਨਾਂ ਵਿੱਚੋਂ ਕਿਸੇ ਇੱਕ ਦਾ ਸੰਬੰਧ ਜਗੀਰਦਾਰ ਸਮਾਜ ਨਾਲ ਹੁੰਦਾ ਅਤੇ ਦੂਜੇ ਦਾ ਸੰਬੰਧ ਜਗੀਰਦਾਰ ਸੰਬੰਧ ਨਾਲ ਨਾ ਹੋ ਕੇ ਕੋਈ ਨੀਵੀਂ ਜਾਤ ਨਾਲ ਹੋ ਸਕਦਾ ਹੈ। ਨਾਇਕ ਅਤੇ ਨਾਇਕਾ ਦੋਵੇਂ ਸੁੰਦਰ ਹੁੰਦੇ ਹਨ, ਪਰ ਕਿੱਸਾਕਾਰਾਂ ਨੇ ਆਮ ਤੌਰ 'ਤੇ ਨਾਇਕਾਵਾਂ ਦੀ ਸੁੰਦਰਤਾ ਉਹਨਾਂ ਦੀ ਜ਼ਿਆਦਾ ਰੁਚੀ ਵਿਖਾਈ। ਸੁੰਦਰਤਾ ਜਿਹੜੀ ਉਹ ਨਾਇਕਾਵਾਂ ਦੀ ਪੇਸ਼ ਕੀਤੀ ਜਾਂਦੀ ਹੈ, ਜਿਵੇਂ ਕਿ ਹੀਰ ਰਾਂਝਾ, ਸੱਸੀ ਪੁੰਨੂ, ਸੋਹਣੀ ਮਹੀਵਾਲ ਵਿੱਚ ਉਹਨਾਂ ਦੀ ਜੋ ਇੱਕ ਇਸਤਰੀ ਉਹਦੇ ਵਿੱਚ ਹੁੰਦੀ ਹੈ, ਜੋ ਕਿਸੇ ਦੇ ਵਿੱਚ ਮੇਨ ਪਾਤਰ, ਉਹਦੀ ਜਿਹੜੀ ਸੁੰਦਰਤਾ ਨੂੰ ਜ਼ਿਆਦਾ ਵਰਣਨ ਕੀਤਾ ਜਾਂਦਾ। ਸੋ ਤੀਜਾ ਪੁਆਇੰਟ ਪੜ੍ਹਦੇ ਹਾਂ ਜਿਹਦੇ 'ਚ ਵਸਤੂ ਵਰਣਨ। ਬਿਰਤਾਂਤਕ ਕਾਵਿ ਹੋਣ ਕਰਕੇ ਕਿੱਸਿਆਂ ਵਿੱਚ ਅਨੇਕ ਪ੍ਰਾਕਿਰਤਿਕ ਵਸਤੂਆਂ ਸਥਿਤੀਆਂ ਦੇ ਵਿਸਥਾਰ ਸਹਿਤ ਚਿਤਰਨ ਹੁੰਦਾ ਹੈ, ਜਿਵੇਂ ਕਿ ਪਹਾੜ, ਦਰਿਆ, ਵਿਆਹ ਸ਼ਾਦੀਆਂ, ਜੰਗਾਂ, ਯੁੱਧਾਂ ਦਾ ਵਰਣਨ, ਵਸਤੂ ਜਾਂ ਰਸਮਾਂ ਦਾ ਸਹੀ ਗਿਆਨ ਪ੍ਰਾਪਤ ਹੁੰਦਾ ਹੈ। ਸੋ ਵਸਤੂ ਵਰਣਨ ਦੇ ਵਿੱਚ ਜਦੋਂ ਕੋਈ ਖਾਸ ਲੋਕੇਸ਼ਨ ਬਾਰੇ ਦੱਸਿਆ ਜਾਂਦਾ ਤਾਂ ਸਾਨੂੰ ਉਹਦੇ ਤੋਂ ਇਹਨਾਂ ਚੀਜ਼ਾਂ ਦੀ ਵੀ ਜਿਹੜੀ ਜਾਣਕਾਰੀ ਉਸ ਸਮੇਂ ਦੇ ਵਿੱਚ ਦੀ ਮਿਲ ਸਕਦੀ ਹੈ। ਉਸ ਵੇਲੇ ਦਾ ਸਮਾਜ ਦਾ ਯਥਾਰਥ ਚਿਤਰਨ ਦੀ ਇਤਿਹਾਸਕ ਬਿੰਬ ਹੁੰਦਾ। ਮਤਲਬ ਜੋ ਵੀ ਅਸੀਂ ਕਿੱਸਾ ਪੜ੍ਹਦੇ ਹਾਂ, ਹੀਰ ਰਾਂਝਾ ਪੜ੍ਹਿਆ, ਸੱਸੀ ਪੁੰਨੂ, ਉਸ ਸਮੇਂ ਦੀਆਂ ਭੂਗੋਲਿਕ ਪਰਿਸਥਿਤੀਆਂ, ਸਮਾਜਿਕ ਪਰਿਸਥਿਤੀਆਂ ਜਿਹੜੀਆਂ ਉਹ ਅਸੀਂ ਸਮਝ ਸਕਦੇ ਹਾਂ। ਦਮੋਦਰ ਦੀ ਹੀਰ ਵਿੱਚ ਜੋ ਵਸਤੂ ਵਰਣਨ ਹੋਇਆ ਉਸ ਨਾਲ ਯੁੱਗ ਦੀ ਸੱਭਿਆਚਾਰਕ ਅਤੇ ਭੂਗੋਲਿਕ ਜਾਣਕਾਰੀ ਪ੍ਰਾਪਤ ਹੁੰਦੀ ਹੈ। ਸੰਵਾਦ ਜਾਂ ਵਾਰਤਾਲਾਪ। ਕਿੱਸਿਆਂ ਵਿੱਚ ਪਾਤਰਾਂ ਦੇ ਆਪਸੀ ਸੰਵਾਦ ਲਿਖੇ ਹੁੰਦੇ ਹਨ। ਕਥਾਨਕ ਵਿੱਚ ਨਾਟਕੀ ਅਨੁਭਵ ਦੀ ਸੋਝੀ ਹੁੰਦੀ ਹੈ। ਕਿੱਸਿਆਂ ਵਿੱਚ ਉਂਝ ਤਾਂ ਕਿਸੇ ਨਾ ਕਿਸੇ ਰੂਪ ਵਿੱਚ ਸਾਰੇ ਰਸਾਂ ਦੀ ਹੋਂਦ ਹੁੰਦੀ ਹੈ, ਪਰ ਪ੍ਰਧਾਨਤਾ ਜਿਹੜੀ ਉਹ ਸ਼ਿੰਗਾਰ, ਕਰੁਣਾ ਅਤੇ ਵੀਰ ਰਸ ਦੀ ਹੁੰਦੀ ਹੈ। ਛੰਦ। ਕਿੱਸਿਆਂ ਵਿੱਚ ਛੰਦਾਂ ਦੀ ਵੰਨਗੀ ਦੀ ਘਾਟ ਹੁੰਦੀ ਹੈ। ਰਸ। ਕਿੱਸਿਆਂ ਵਿੱਚ ਕਿਸੇ ਨਾ ਕਿਸੇ ਰਸ ਦੀ ਹੋਂਦ ਜ਼ਰੂਰ ਹੁੰਦੀ ਹੈ। ਪ੍ਰਧਾਨਤਾ ਕਰੁਣਾ ਰਸ, ਸ਼ਿੰਗਾਰ ਰਸ ਅਤੇ ਵੀਰ ਰਸ ਦੀ ਹੁੰਦੀ ਹੈ। ਉਦੋਂ 6ਵਾਂ ਪੁਆਇੰਟ ਹੈ ਜੀ, 6ਵਾਂ ਜੋ ਇਹਦੀ ਤੱਤ ਹੈ, ਮੇਨ ਫੀਚਰ ਹੈ ਜੀ ਛੰਦ। ਕਿੱਸਿਆਂ ਵਿੱਚ ਛੰਦਾਂ ਦੀ ਵੰਨਗੀ ਦੀ ਘਾਟ ਹੁੰਦੀ, ਅਸੀਂ ਪੜ੍ਹ ਚੁੱਕੇ ਹਾਂ। ਦਵਈਆ, ਬੈਂਤ, ਛੰਦ, ਸੱਦ, ਕਲੀ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ। ਕਵੀਆਂ ਨੇ ਬੈਂਤ ਛੰਦ ਦੀ ਵਰਤੋਂ ਕੇਵਲ ਤੁਕਬੰਦੀ ਕਰਨ ਲਈ ਹੀ ਕੀਤੀ ਹੈ। ਭਾਸ਼ਾ ਅਤੇ ਸ਼ੈਲੀ। ਕਿਉਂਕਿ ਕਿੱਸਾਕਾਰ ਲੋਕ ਕਵੀ ਹੁੰਦੇ ਨੇ, ਇਸ ਲਈ ਉਹਨਾਂ ਦੀ ਭਾਸ਼ਾ ਜਿਹੜੀ ਲੋਕ ਭਾਸ਼ਾ ਪੱਧਰੀ ਹੁੰਦੀ ਕਿ ਲੋਕਾਂ ਨੂੰ ਉਹ ਸਮਝ ਆ ਸਕੇ। ਵਧੇਰੇ ਕਰਕੇ ਲਹਿੰਦੀ ਭਾਸ਼ਾ ਦਾ ਪ੍ਰਯੋਗ ਹੈ ਜਿਹੜਾ ਕਿੱਸਿਆਂ 'ਚ ਕੀਤਾ ਗਿਆ ਹੈ। ਫਾਰਸੀ ਅਤੇ ਅਰਬੀ ਦੇ ਸ਼ਬਦਾਂ ਦੀ ਕਿੱਸਿਆਂ ਵਿੱਚ ਭਰਮਾਰ ਮਿਲਦੀ ਹੈ। ਸ਼ੈਲੀ ਦੀ ਦ੍ਰਿਸ਼ਟੀ ਤੋਂ ਕਿੱਸੇ ਦੋ ਤਰ੍ਹਾਂ ਦੇ ਹੁੰਦੇ ਹਨ। ਪਹਿਲਾ ਜਿਸ ਵਿੱਚ ਕਥਾ ਨੂੰ ਵਿਸਥਾਰ ਨਾਲ ਸਮਝਾਇਆ ਜਾਂਦਾ ਅਤੇ ਦੂਜਾ ਜਿਸ ਵਿੱਚ ਸੰਖੇਪ ਵਰਣਨ, ਗਾਗਰ 'ਚ ਸਾਗਰ ਭਰਨਾ ਹੁੰਦਾ ਹੈ। ਥੋੜ੍ਹੀ ਉਹ ਲਿਖਣੀ ਦੇ ਵਿੱਚ ਜਟਿਲ ਹੁੰਦੀ ਹੈ, ਕੰਪਲੈਕਸ ਹੁੰਦੀ ਹੈ। ਅਲੰਕਾਰ। ਲਾਸਟ ਪੁਆਇੰਟ ਹੈ ਜੀ, ਕਿੱਸਿਆਂ ਵਿੱਚ ਭਾਵ ਨੂੰ ਸਪਸ਼ਟਤਾ ਅਤੇ ਭਾਸ਼ਾ ਨੂੰ ਸ਼ਿੰਗਾਰਨ ਲਈ ਅਲੰਕਾਰਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਸੋ ਇਹ ਸੀ ਜਿਹੜੇ ਮੇਨ ਤੱਤ ਹੈ ਜਿਹੜੇ ਕਿੱਸਾ ਦੇ ਸਾਹਿਤ ਦੇ ਰੂਪ ਵਿੱਚ ਅਸੀਂ ਪੜ੍ਹੇ ਹੈ। ਇਹ ਮੇਨ ਤੱਤ ਜਿਹੜੇ ਪੜ੍ਹਨ ਵਾਲੇ, ਹਰੇਕ ਜੋ ਵਿਧਾ ਹੈ, ਗਜ਼ਲ ਹੈ, ਕਵਿਤਾ ਹੈ, ਇਕਾਂਗੀ, ਜੋ ਵੀ ਹੈ, ਸਾਰਿਆਂ ਦੇ ਤੱਤ ਵੱਖਰੇ ਵੱਖਰੇ ਹੈ, ਉਹਨਾਂ ਨੂੰ ਵਰਤਣ ਦਾ ਢੰਗ ਵੀ ਵੱਖਰਾ ਵੱਖਰਾ ਹੈ। ਸੋ ਯਾਦ ਰੱਖਣ ਯੋਗ ਇਹਦੇ ਵਿੱਚ ਹੋਰ ਹੈ, ਹੀਰ ਦਮੋਦਰ ਹੈ ਜਿਹੜੀ ਕਿੱਸਾ ਹੈ, ਪਹਿਲੀ ਵਾਰ ਗੰਗਾ ਸਿੰਘ ਬੇਦੀ ਨੇ ਸੰਪਾਦਿਤ ਕੀਤਾ ਸੀ। ਅਗਲਾ ਪੁਆਇੰਟ ਹੈ ਜੀ, ਜੀਤ ਸਿੰਘ ਸੀਤਲ ਅਨੁਸਾਰ ਮੁਕਬਲ ਪੰਜਾਬੀ ਦਾ ਮਿਲਟਨ ਹੈ। ਕੀਮਾ ਮਲਕੀ ਕਿਹੜੀ ਗਾਥਾ ਹੈ? ਲੋਕ ਗਾਥਾ। ਦੁੱਲਾ ਭੱਟੀ ਜਿਉਣਾ ਮੁੜ ਮਾਲਵੇ ਦੀ ਰਚਨਾ ਹੈ। ਲੈਲਾ ਮਜਨੂੰ ਦੰਤ ਕਥਾ ਹੈ ਅਰਬੀ ਦੀ। ਸ਼ੀਰੀ ਫਰਹਾਦ ਦੰਤ ਕਥਾ ਹੈ ਈਰਾਨੀ ਦੀ। ਸ਼ੀਰੀ ਫਰਹਾਦ ਦਾ ਸਰੋਤ ਹੈ ਫਾਰਸੀ ਤੋਂ ਲਿਆ ਗਿਆ, ਪਰ ਇਹ ਜਿਹੜੀ ਕਥਾ ਈਰਾਨੀ ਮੰਨੀ ਜਾਂਦੀ ਹੈ। ਸੋ ਉਪਰੋਕਤ ਅਨੁਸਾਰ ਹੀ ਕਿੱਸਿਆਂ ਦੀ ਰਚਨਾ ਮਿਲਦੀ ਹੈ।
ਸੋ ਉਮੀਦ ਕਰਦਾ ਜੀ ਤੁਹਾਨੂੰ ਇਹ ਜਿਹੜਾ ਟੌਪਿਕ ਸਮਝ ਆਇਆ ਹੋਊਗਾ, ਠੀਕ ਲੱਗਿਆ ਹੋਊ, ਵਧੀਆ ਲੱਗਿਆ ਹੋਊਗਾ। ਕਾफ़ੀ ਚੀਜ਼ਾਂ ਇਹਦੇ 'ਚ ਹੋਰ ਵੀ ਨੇ ਡਿਸਕਸ ਕਰਨ ਵਾਲੀਆਂ, ਆਉਣ ਵਾਲੀ ਵੀਡੀਓ ਜ਼ਰੂਰ ਡਿਸਕਸ ਕਰਾਂਗੇ। ਥੈਂਕ ਯੂ ਸੋ ਮੱਚ ਜੀ। ਸਬਸਕ੍ਰਾਈਬ ਜ਼ਰੂਰ ਕਰਿਓ ਜੇ ਐਗਜ਼ਾਮ ਸਟੱਡੀ ਚੰਡੀਗੜ੍ਹ। ਬਹੁਤ ਬਹੁਤ ਧੰਨਵਾਦ ਜੀ।